सो गुड मॉर्निंग टू एवरीवन। आई होप ਤੁਸੀਂ ਪੁਰਾਣੇ ਵਾਲੇ ਚੈਪਟਰਸ ਨਾਲ ਕਰੀ ਜਾਂਦੇ ਹੋ। ਠੀਕ ਹੈ, ਅੱਜ ਆਪਾਂ ਨੈਕਸਟ ਚੈਪਟਰ ਸਟਾਰਟ ਕਰ ਰਹੇ ਹਾਂ। ਉਹਦਾ ਪਹਿਲਾ ਟੌਪਿਕ, ਚੈਪਟਰ ਦਾ ਨਾਮ ਹੈ ਫੋਰਸ ਔਨ ਅ ਚਾਰਜ। ਠੀਕ ਹੈ, ਫੋਰਸ ਔਨ ਅ ਚਾਰਜ ਮਤਲਬ ਅਸੀਂ ਇਸ ਚੈਪਟਰ ਵਿੱਚ ਚਾਰਜ ਲੈ ਲੈਣਾ। ਠੀਕ ਹੈ, ਅੱਜ ਜਿਹੜੀਆਂ ਆਪਾਂ ਦੋ ਡੈਰੀਵੇਸ਼ਨਸ ਕਰਨੀਆਂ ਉਸ ਚਾਰਜ ਦੇ ਉੱਪਰ ਕੁਝ ਫੋਰਸ ਅਪਲਾਈ ਹੋ ਰਹੀ ਹੋਏਗੀ। ਉਹ ਦੋ ਤਰੀਕੇ ਦੇ ਮਤਲਬ ਇੱਕ ਵਾਰੀ ਇਲੈਕਟ੍ਰਿਕ ਫੀਲਡ ਦੇ ਵਿੱਚ ਉਸ ਚਾਰਜ ਨੂੰ ਸਿੱਟ ਲਾਂਗੇ, ਇੱਕ ਵਾਰੀ ਮੈਗਨੈਟਿਕ ਫੀਲਡ ਵਿੱਚ ਸਿੱਟ ਲਾਂਗੇ ਅਤੇ ਆਪਾਂ ਦੇਖਾਂਗੇ ਕਿ ਉਸ ਚਾਰਜ ਦੇ ਉੱਪਰ ਕਿੰਨੀ ਫੋਰਸ ਕਿਵੇਂ ਅਪਲਾਈ ਹੋ ਰਹੀ ਹੈ ਅਤੇ ਉਹ ਚਾਰਜ ਜਿਹੜਾ ਹੈ ਉਹ ਕਿਹੜਾ ਪਾਥ ਫੋਲੋ ਕਰ ਰਿਹਾ ਹੈ। ਠੀਕ ਹੈ, ਤਾਂ ਸਾਡਾ ਪਹਿਲਾ ਟੌਪਿਕ ਹੈ ਫੋਰਸ ਔਨ ਅ ਚਾਰਜ ਪਾਰਟੀਕਲ ਇਨਸਾਈਡ ਇਲੈਕਟ੍ਰਿਕ ਫੀਲਡ। ਠੀਕ ਹੈ, ਇਹਦੇ ਵਾਸਤੇ ਅਸੀਂ ਕੀ ਕੀਤਾ, ਇੱਕ ਇਲੈਕਟ੍ਰਿਕ ਫੀਲਡ ਲਾ ਲਈ, ਆਹ ਪੋਜ਼ੀਟਿਵ ਆਹ ਨੈਗੇਟਿਵ। ਠੀਕ ਹੈ, ਇਹਦਾ ਮਤਲਬ ਇਲੈਕਟ੍ਰਿਕ ਫੀਲਡ ਇੱਥੇ ਆ ਜਿਹੜਾ ਵਿੱਚ ਸੈਂਟਰ ਦੀ ਜਗ੍ਹਾ ਹੈਗੀ ਕਿ ਇੱਥੇ ਇਲੈਕਟ੍ਰਿਕ ਫੀਲਡ ਹੋਏਗੀ। ਠੀਕ ਹੈ, ਇਸ ਦੇ ਵਿੱਚ ਅਸੀਂ ਇੱਕ ਪੋਜ਼ੀਟਿਵ ਚਾਰਜ ਕਿਊ ਪੋਜ਼ੀਟਿਵ ਚਾਰਜ ਜਿਹੜਾ ਹੈ ਉਹਨੂੰ ਅੰਦਰ ਭੇਜ ਦਿੱਤਾ। ਠੀਕ ਹੈ, ਹੁਣ ਕਿਉਂਕਿ ਇਹ ਪੋਜ਼ੀਟਿਵ ਚਾਰਜ ਹੈ ਤਾਂ ਇਹ ਚਾਰਜ ਨੇ ਨੈਗੇਟਿਵ ਚਾਰਜ ਵੱਲ ਅਟਰੈਕਟ ਹੋਣਾ ਸ਼ੁਰੂ ਕਰਨਾ ਹੈ ਅਤੇ ਪੋਜ਼ੀਟਿਵ ਚਾਰਜ ਤੋਂ ਰਿਪੈਲ ਕਰਨਾ ਸ਼ੁਰੂ ਕਰਨਾ ਹੈ। ਠੀਕ ਹੈ, ਪੋਜ਼ੀਟਿਵ ਚਾਰਜ ਤੋਂ ਪਰਾਂ ਨੂੰ ਜਾਏਗਾ, ਨੈਗੇਟਿਵ ਚਾਰਜ ਦੇ ਵੱਲ ਨੂੰ ਜਾਏਗਾ। ਠੀਕ ਹੈ, ਹੁਣ ਅਸੀਂ ਇੱਥੇ ਕੀ ਕੀਤਾ, ਸਪੋਜ਼ ਕੀਤਾ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ ਓ ਵਾਈ ਡਾਇਰੈਕਸ਼ਨ ਵਿੱਚ। ਠੀਕ ਹੈ, ਓ ਤੋਂ ਲੈ ਕੇ ਵਾਈ, ਆ ਐਕਸ ਵਾਈ ਐਕਸਿਸ ਬਣਾਤੀਆਂ ਹੈਗੀਆਂ, ਤਾਂ ਓ ਤੋਂ ਵਾਈ ਦੇ ਵਿੱਚ ਯੂਨੀਫਾਰਮ ਇਲੈਕਟ੍ਰਿਕ ਫੀਲਡ ਲੈ ਲਈ ਹੈ। ਠੀਕ ਹੈ, ਅਸੀਂ ਲੈ ਲਿਆ ਕਿ ਵੀ ਹੈ ਪੋਟੈਂਸ਼ੀਅਲ ਡਿਫਰੈਂਸ ਅਕਰੋਸ ਦਾ ਪਲੇਟਸ। ਆਹ ਜਿਹੜੀਆਂ ਪਲੇਟਸ ਨੇ ਪੋਜ਼ੀਟਿਵ ਪਲੇਟ ਅਤੇ ਨੈਗੇਟਿਵ ਪਲੇਟ। ਠੀਕ ਹੈ, ਇਹਨਾਂ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ ਵੀ। ਹੁਣ ਅਸੀਂ ਪਹਿਲਾਂ ਵਾਲੇ ਚੈਪਟਰਸ ਵਿੱਚ ਕੀਤਾ ਹੋਇਆ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਕੀ ਹੁੰਦਾ ਹੈ, ਵੀ ਡਿਵਾਈਡਡ ਬਾਏ ਡੀ। ਠੀਕ ਹੈ, ਇਲੈਕਟ੍ਰਿਕ ਫੀਲਡ ਕੀ ਹੁੰਦੀ ਹੈ, ਪੋਟੈਂਸ਼ੀਅਲ ਡਿਵਾਈਡਡ ਬਾਏ ਡਿਸਟੈਂਸ। ਇੱਥੇ ਡਿਸਟੈਂਸ ਕੀ ਹੈ, ਡਿਸਟੈਂਸ ਬਿਟਵੀਨ ਦਾ ਪਲੇਟਸ। ਆਹ ਦੋਨੋਂ ਪਲੇਟਸ ਜਿਹੜੀਆਂ ਪੋਜ਼ੀਟਿਵ ਐਂਡ ਨੈਗੇਟਿਵ ਨੇ, ਇਹਨਾਂ ਦੋਨਾਂ ਦੇ ਵਿੱਚ ਦਾ ਜਿਹੜਾ ਡਿਸਟੈਂਸ ਹੋਏਗਾ ਉਹ ਹੋਏਗਾ ਡੀ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਸਪੋਜ਼ ਕੀਤਾ ਅ ਪੋਜ਼ੀਟਿਵਲੀ ਚਾਰਜ ਪਾਰਟੀਕਲ, ਚਾਰਜ ਕਿੰਨਾ ਉਹਦੇ 'ਤੇ ਕਿਊ, ਉਹਦਾ ਮਾਸ ਕਿੰਨਾ ਹੈ ਐਮ, ਇਹ ਅਸੀਂ ਸਪੋਜ਼ ਕਰ ਲਿਆ। ਹੁਣ ਉਹਨੇ ਐਂਟਰ ਕੀਤਾ ਇਲੈਕਟ੍ਰਿਕ ਫੀਲਡ ਦੇ ਵਿੱਚ ਵਿਦ ਅ ਵੈਲੋਸਿਟੀ ਵੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਬੇਟਾ ਦੱਸਣੀਆਂ ਜ਼ਰੂਰੀ ਹੁੰਦੀਆਂ ਕਿਉਂਕਿ ਐਗਜ਼ਾਮੀਨਰ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਹੜੀ ਚੀਜ਼ ਕੀ ਲੈ ਰਹੇ ਹੋ। ਚਾਹੇ ਤੁਸੀਂ ਉਹਨੂੰ ਜਨਰਲ ਨੋਟੇਸ਼ਨਸ ਵੀ ਲੈ ਰਹੇ ਹੋ, ਪਰ ਤੁਸੀਂ ਇਹ ਦੱਸਣਾ ਜ਼ਰੂਰ ਹੈ ਕਿ ਚਾਰਜ ਕਿਊ ਹੈ, ਮਾਸ ਐਮ ਹੈ, ਵੈਲੋਸਿਟੀ ਵੀ ਨਾਲ ਇਸ ਚਾਰਜ ਨੇ ਇਲੈਕਟ੍ਰਿਕ ਫੀਲਡ ਵਿੱਚ ਐਂਟਰ ਕੀਤਾ। ਠੀਕ ਹੈ, ਹੁਣ ਉਹਨੇ ਹੌਰੀਜ਼ੋਂਟਲ ਡਿਸਟੈਂਸ ਅਸੀਂ ਲੈ ਲਿਆ ਐਕਸ ਕਵਰ ਕੀਤਾ ਹੈ, ਵਰਟੀਕਲ ਡਿਸਟੈਂਸ ਅਸੀਂ ਲੈ ਲਿਆ ਵਾਈ ਕਵਰ ਕੀਤਾ ਹੈ। ਹੌਰੀਜ਼ੋਂਟਲ ਡਿਸਟੈਂਸ ਮਤਲਬ ਐਕਸ ਐਕਸਿਸ ਵਾਲਾ। ਠੀਕ ਹੈ, ਇੱਧਰ ਨੂੰ ਐਕਸ ਐਕਸਿਸ ਵਿੱਚ, ਵਰਟੀਕਲ ਮਤਲਬ ਵਾਈ ਐਕਸਿਸ ਵਿੱਚ ਉਹਨੇ ਕਿੰਨਾ ਟਰੈਵਲ ਕੀਤਾ। ਠੀਕ, ਹੁਣ ਉਹਨੇ ਡਿਸਟੈਂਸ ਟਰੈਵਲ ਕਰ ਲਿਆ। ਹੁਣ ਅਸੀਂ ਜਦੋਂ +1 ਵਿੱਚ ਕਰ ਰਹੇ ਸੀਗੇ ਹੈ ਨਾ, ਆਪਾਂ ਡੈਰੀਵੇਸ਼ਨਸ ਕੀਤੀਆਂ ਸੀਗੀਆਂ ਇਕੁਏਸ਼ਨ ਆਫ ਮੋਸ਼ਨ ਵਗੈਰਾ ਵਾਲੀਆਂ। ਠੀਕ ਹੈ, ਉਦੋਂ ਆਪਾਂ ਕਰਦੇ ਹੁੰਦੇ ਸੀਗੇ ਅਲੋਂਗ ਹੌਰੀਜ਼ੋਂਟਲ ਡਾਇਰੈਕਸ਼ਨ, ਅਲੋਂਗ ਵਰਟੀਕਲ ਡਾਇਰੈਕਸ਼ਨ। ਤਾਂ ਅਲੋਂਗ ਹੌਰੀਜ਼ੋਂਟਲ ਡਾਇਰੈਕਸ਼ਨ ਅਸੀਂ ਪਹਿਲਾਂ ਲੈਣਾ ਹੈ ਕਿ ਉਹਨੇ ਟੀ ਟਾਈਮ ਲੈ ਲਿਆ। ਠੀਕ ਹੈ, ਡਿਸਟੈਂਸ ਐਕਸ ਕਵਰ ਕਰਨ ਨੂੰ ਉਹਨੇ ਟੀ ਟਾਈਮ ਲੈ ਲਿਆ, ਤਾਂ ਐਕਸ ਡਿਵਾਈਡਡ ਬਾਈ ਵੀ ਕੀ ਹੋਏਗਾ ਸਾਡਾ ਟਾਈਮ। ਟਾਈਮ ਇਜ਼ ਇਕੁਅਲ ਟੂ ਡਿਸਟੈਂਸ ਡਿਵਾਈਡਡ ਬਾਈ ਵੈਲੋਸਿਟੀ। ਬਿਲਕੁਲ ਸਿੰਪਲ ਦਾ ਫਾਰਮੂਲਾ ਹੈ, ਉਹੀ ਲਗਾਇਆ। ਉਸ ਤੋਂ ਬਾਅਦ ਵੈਲੋਸਿਟੀ ਵੀ ਐਕਸ ਐਕਸਿਸ ਵਿੱਚ ਲੱਗ ਰਹੀ ਹੈ, ਪਰ ਸਾਡੇ ਕੋਲੇ ਵਰਟੀਕਲ ਡਾਇਰੈਕਸ਼ਨ ਵਿੱਚ ਮਤਲਬ ਕਿ ਵਾਈ ਡਾਇਰੈਕਸ਼ਨ ਵਿੱਚ ਵੈਲੋਸਿਟੀ ਕੀ ਲੱਗ ਰਹੀ ਹੈ, 0। ਠੀਕ ਹੈ, ਤਾਂ ਹੁਣ ਬਾਏ ਡੈਫੀਨੇਸ਼ਨ ਸਾਨੂੰ ਪਤਾ ਹੈ F ਇਜ਼ ਇਕੁਅਲ ਟੂ ਚਾਰਜ ਇਨਟੂ ਇਲੈਕਟ੍ਰਿਕ ਫੀਲਡ। ਇਹ ਅਸੀਂ ਪਹਿਲੇ ਚੈਪਟਰ ਵਿੱਚ ਕਰਦੇ ਹਾਂ, ਪਹਿਲੇ ਯੂਨਿਟ ਵਿੱਚ। ਠੀਕ ਹੈ, ਨੈਕਸਟ ਸਾਡੇ ਕੋਲ ਨਿਊਟਨ ਸੈਕਿੰਡ ਲਾਅ ਆਉਂਦਾ ਹੈ, ਇਹ ਅਸੀਂ +1 'ਚ ਕਰਦੇ ਹਾਂ ਕਿ F ਇਜ਼ ਇਕੁਅਲ ਟੂ ma। ਫੋਰਸ ਆਹ ਹੈ, ਫੋਰਸ ਹੀ ਆਹ ਹੈ, ਦੋਨੋਂ ਚੀਜ਼ਾਂ ਕੀ ਹੋਣਗੀਆਂ ਇਕੁਅਲ। ਤਾਂ ਦੋਨੋਂ ਚੀਜ਼ਾਂ ਨੂੰ ਅਸੀਂ ਇਕੁਅਲ ਕੀਤਾ ਤਾਂ ਸਾਡੇ ਕੋਲ ਕੀ ਆ ਗਿਆ, ma ਇਜ਼ ਇਕੁਅਲ ਟੂ ਚਾਰਜ ਇਨਟੂ ਇਲੈਕਟ੍ਰਿਕ ਫੀਲਡ। ਇੱਥੋਂ ਸਾਡੇ ਕੋਲ ਆ ਗਈ ਐਕਸਲਰੇਸ਼ਨ ਦੀ ਵੈਲਿਊ। ਠੀਕ ਹੈ, ਐਕਸਲਰੇਸ਼ਨ ਕਿੰਨੀ ਆ ਗਈ, Q ਕੈਪੀਟਲ E ਡਿਵਾਈਡਡ ਬਾਏ M। ਮਤਲਬ ਐਕਸਲਰੇਸ਼ਨ ਜਿਹੜੀ ਹੈ ਉਹ ਚਾਰਜ ਦੀ ਵੈਲਿਊ 'ਤੇ ਵੀ ਡਿਪੈਂਡ ਕਰਦੀ ਹੈ, ਉਹ ਉਸ ਚਾਰਜ ਦੇ ਮਾਸ ਦੇ ਉੱਪਰ ਵੀ ਡਿਪੈਂਡ ਕਰਦੀ ਹੈ, ਅਤੇ ਅਸੀਂ ਬਾਹਰੋਂ ਇਲੈਕਟ੍ਰਿਕ ਫੀਲਡ ਕਿੰਨੀ ਅਪਲਾਈ ਕਰ ਰਹੇ ਹਾਂ ਇਹ ਉਸ ਦੇ ਉੱਤੇ ਵੀ ਡਿਪੈਂਡ ਕਰਦੀ ਹੈ। ਠੀਕ, ਹੁਣ ਸਾਨੂੰ ਇਕੁਏਸ਼ਨ ਆਫ ਮੋਸ਼ਨ ਪਤਾ ਹੈ, ਇਹ ਅਸੀਂ ਕਿੱਥੇ ਕੀਤਾ ਸੀਗਾ +1 ਦੇ ਵਿੱਚ। ਇਕੁਏਸ਼ਨ ਆਫ ਮੋਸ਼ਨ ਸਾਨੂੰ ਪਤਾ ਨੇ, ਤਾਂ ਅਸੀਂ ਕਿਹੜੀ ਇਕੁਏਸ਼ਨ ਲਗਾਉਣੀ ਹੈ, S ਇਜ਼ ਇਕੁਅਲ ਟੂ ut + ½ at²। ਠੀਕ ਹੈ, ਇਹ ਇਕੁਏਸ਼ਨ ਅਸੀਂ ਵਾਈ ਐਕਸਿਸ ਵਿੱਚ ਲਗਾ ਰਹੇ ਹਾਂ।
ठीक है। वाई एक्सिस विच लगाई तो साडे कोल डिस्टेंस ट्रैवल वाई एक्सिस विच कितना आ रहा है वाई। इनीशियल वेलोसिटी कितनी है वाई डायरैक्शन विच 0। एक्सलरेशन असी फाइंड कर चुके हैं। टाइम तो जिन्ना एक्स एक्सिस विच ट्रैवल करने नूं लग्या उन्ना ही वाई च लगता है, तो टाइम भी साडे कोले आ गया। असी पिछे फॉर्मूला कढ़ चुके हैं। हो गया जी। असी इस इक्वेशन ऑफ मोशन विच ये सारियां वैल्यूज़ पुट कीतियां। तो यू टी तो यू 0 है, तो यह सारा जिहड़ा कंपोनेंट है यू इंटू टी वाला ये की हो गया 0। बाकी बचिया हाफ ए दी वैल्यू क्यू ई बाय एम नाल टी दा स्क्वायर टी एक्स बाय वी उहदा स्क्वायर कर लिया, तो साडे कोल इक्वेशन आ गई वाई इज इक्वल टू क्यू ई डिवाइडेड बाय 2m वी स्क्वायर मल्टीप्लाई बाय एक्स स्क्वायर। जिहड़ा आह कंपोनेंट आ गया चार्ज इलैक्ट्रिक फील्ड मास ते वेलोसिटी, ठीक है। ये की है कॉन्सटेंट वैल्यूज़ ने, क्योंकि चार्ज भी आप एक बार जो चार्ज लै लिया उही रखा होया, इलैक्ट्रिक फील्ड जी बाहरों अप्लाई की उही रखी हुई है। 2 एक कॉन्सटेंट है, मास ओबवियसली चार्ज का एक वैल्यू कॉन्सटेंट रहेगी। स्टार्टिंग में जी आप वेलोसिटी देती उही रहनी है, ये कॉन्सटेंट वैल्यूज़ हो गई। तो डिफरेंस की आऊगा या तो वाई एक्सिस विच या एक्स एक्सिस विच। ये इक्वेशन वाई इज़ डायरैक्टली प्रोपोर्शनल टू एक्स स्क्वायर की आ जाती है। असी मैथ्स के फॉर्मूलाज तो सीखा होया कि यह इक्वेशन पैराबोला की होंगी है, ठीक है जी। इस तो सानू पता लगता है कि जिहड़ा साडा चार्ज पार्टिकल है उन्हें पैराबोलिक पाथ फॉलो करना है। इत्थों स्टार्ट होएगा एवें करके आ पैराबोला इन्हें पाथ फॉलो कर लिया, ठीक है। तो जदों असी एक चार्ज नूं इलैक्ट्रिक फील्ड दे विच पावांगे तो साडे कोले पैराबोलिक पाथ आ जाएगा। Hence, charge particle moves along the curved path or parabolic path in uniform electric field। गल समझ लग गई, ठीक है। जे असी इलैक्ट्रिक फील्ड दे विच किसी भी चार्ज नूं सिट लांगे तो उन्हें एक पैराबोलिक पाथ फॉलो कर लेना। हुण आपां नैक्सट टॉपिक स्टार्ट करिए। नैक्सट टॉपिक है कि असी फोर्स फाइंड करनी है चार्ज की जो वो मैगनैटिक फील्ड दे विच आ गया होया है। हुणे हुणे असी की फाइंड करके हटे हैं कि जे असी चार्ज नूं इलैक्ट्रिक फील्ड विच पा लिया, हुण असी की कीता मैगनैटिक फील्ड दे विच इंट्रोड्यूस करता चार्ज नूं, तां उस दे उत्ते फोर्स कितनी लगेगी। तो हुण इत्थे असी की कंसीडर किया चार्ज पॉजिटिव प्लस क्यू। मैगनैटिक फील्ड जिहड़ी है वो Z एक्सिस विच असी कंसीडर कर ली। आह उपर नूं आ साडी मैगनैटिक फील्ड है, ठीक है। ये साडी मैगनैटिक फील्ड होगी, ठीक है जी। हुण असी जिहड़ा चार्ज है वो वेलोसिटी v नाल मूव कर रहा वाई Z प्लेन च। आ सीगी वेलोसिटी v, ठीक है। चार्ज ने मूव करना स्टार्ट किया। आ असी एंगल ले लिया थीटा। थीटा एंगल किहदे किहदे विच है मैगनैटिक फील्ड ते वेलोसिटी दे विच। प्लीज़ जिहड़ा बचदा होया एंगल है वो की है 90 माइनस थीटा, ठीक है जी। हुण असी की फाइंड करना है, असी फाइंड करना हैगा फोर्स जिहड़ा ये चार्ज एक्सपीरियंस करेगा, ठीक है। पहला असी ये चार्ज की फोर्स एक्सपीरियंस करनी है एक्स एक्सिस दे विच, ठीक है। तो असी फाइंड किया कि यह मैगनैटिक फील्ड के उपर डायरैक्टली प्रोपोर्शनल है फोर्स। जिन्नी असी मैगनैटिक फील्ड वधाते गए फोर्स ज़्यादा एक्सपीरियंस करता गया चार्ज, ठीक है। दूसरी चीज़ जो चार्ज की वैल्यू असी इनक्रीज़ करते गए तो भी फोर्स की वैल्यू इनक्रीज़ होंदी गई। मतलब पहला 2 कूलम का सीगा, फिर 4 कूलम का लै लिया तो फोर्स होर भी ज़्यादा एक्सपीरियंस हुई, ठीक। उस तो बाद तीसरा कंपोनेंट जिहड़ा हैगा वो वेलोसिटी कंपोनेंट के उपर डिपेंड करता है फोर्स, ठीक है। मतलब कि F इज़ डायरैक्टली प्रोपोर्शनल टू V साइन थीटा। क्यों? क्योंकि असी एक्स एक्सिस विच फोर्स फाइंड कर रहे हैं ना, असी इत्थे लिख रहे हैं स्पैशली फोर्स अलॉन्ग एक्स एक्सिस, ठीक है। तो एक्स एक्सिस विच वेलोसिटी कंपोनेंट V तो नहीं लग रहा, उसकी जगह पर की लग रहा है V साइन थीटा। यही कंपोनेंट लग रहा है, तो वो डिपेंड काते करेगी फोर्स V साइन थीटा ते, ठीक। हुण ये सारियां जिहड़ियां इक्वेशन सीगियां सारियां नूं कंबाइन कर लिया तो साडे कोले आ गया फोर्स इज़ डायरैक्टली प्रोपोर्शनल टू BQV साइन थीटा। कॉन्सटेंट ऑफ प्रोपोर्शनैलिटी इंट्रोड्यूस किया के दी वैल्यू असी एक्सपैरीमेंटली की फाइंड कर रहे हैं 1 फाइंड कर रहे हैं, तो साडे कोले फॉर्मूला आ गया F इज़ इक्वल टू BQV साइन थीटा। हुण इत्थे सानूं पता लग रहा भी साइन थीटा लग गया। साइन थीटा कदों लगदा हुंदा है जदों क्रॉस प्रोडक्ट आंदा है, तो असी ये फोर्स की वैल्यू जी है वैक्टर फॉर्म में लिखनी है। तो की करेंगे F इज़ इक्वल टू क्यू एक कॉन्सटेंट है, वैसे भी स्केलर है, साइड कढ़ लिया। वेलोसिटी एक वैक्टर है, मैगनैटिक फील्ड एक वैक्टर है, इन्होंने दोनों के विच दा क्रॉस प्रोडक्ट, ठीक।
ਇਸ ਤੋਂ ਬਾਅਦ ਅਸੀਂ ਕਰਨੇ ਇਹਦੇ, ਕਿਉਂਕਿ ਇੱਥੇ ਕ੍ਰਾਸ ਪ੍ਰੋਡਕਟ ਆਇਆ ਤਾਂ ਅਸੀਂ ਸਪੈਸ਼ਲ ਕੇਸਿਸ ਕੁਝ ਇੰਟਰੋਡਿਊਸ ਕਰਵਾ ਲੈਂਦੇ ਹਾਂ। ਪਹਿਲਾਂ ਤਾਂ ਜੇ ਵੈਲੋਸਿਟੀ 0 ਹੈ, ਜੇ ਚਾਰਜ ਨੂੰ ਬਸ ਹੈ ਨਾ ਬਿਨਾਂ ਵੈਲੋਸਿਟੀ ਤੋਂ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਦਾਂਗੇ ਤਾਂ ਉਹਨੇ ਕੋਈ ਫੋਰਸ ਐਕਸਪੀਰੀਅੰਸ ਨਹੀਂ ਕਰਨੀ। ਕਿੰਨੀ ਸਟਰੇਂਜ ਜੀ ਗੱਲ ਹੈ ਕਿ ਜੇ ਅਸੀਂ ਚਾਰਜ ਨੂੰ ਬਿਨਾਂ ਮੂਵ ਕਰਵਾਏ ਉੱਥੇ ਰੱਖਤਾ, ਉਹਦੇ ਕੋਲ ਕੋਈ ਵੈਲੋਸਿਟੀ ਨਹੀਂ ਹੈ, ਤਾਂ ਉਹ ਕੋਈ ਫੋਰਸ ਵੀ ਨਹੀਂ ਐਕਸਪੀਰੀਅੰਸ ਕਰੇਗਾ। ਠੀਕ ਹੈ। ਤੇ ਮੂਵਿੰਗ ਚਾਰਜ ਕੀ ਇੰਟਰੋਡਿਊਸ ਕਰਵਾਉਂਦਾ ਹੁੰਦਾ? ਕਰੰਟ। ਮੂਵਿੰਗ ਚਾਰਜ ਦਾ ਮਤਲਬ ਹੈ ਉੱਥੇ ਕਰੰਟ ਜ਼ਰੂਰ ਪ੍ਰੋਡਿਊਸ ਹੋ ਰਿਹਾ ਹੈ। ਠੀਕ ਹੈ। ਨੈਕਸਟ ਅਸੀਂ ਕੇਸ ਕਰਨਾ ਹੈ ਜਦੋਂ ਥੀਟਾ ਦੀ ਵੈਲਿਊ ਜਿਹੜੀ ਹੈ ਜਾਂ 0 ਹੋ ਗਈ ਜਾਂ 180 ਹੋ ਗਈ। ਉਹਦੇ ਨਾਲ ਕੀ ਹੋਏਗਾ? ਸਾਈਨ ਆਫ 0 ਇਜ਼ ਇਕੁਅਲ ਟੂ ਸਾਈਨ ਆਫ 180 ਵਿਚ ਇਜ਼ ਇਕੁਅਲ ਟੂ 0। ਤਾਂ ਸਾਡੇ ਕੋਲੇ ਫੋਰਸ ਬਿਲਕੁਲ ਐਕਸਪੀਰੀਅੰਸ ਨਹੀਂ ਹੋ ਸਕੇਗੀ। ਠੀਕ ਹੈ। ਇਹਦਾ ਕੀ ਮਤਲਬ ਹੈ? ਜਿਹੜਾ ਆਹ ਐਂਗਲ ਅਸੀਂ ਇੱਥੇ ਡਾਇਗਰਾਮ 'ਚ ਦੇਖਦੇ ਹਾਂ, ਆਹ ਐਂਗਲ ਜਿਹੜਾ ਹੈ ਥੀਟਾ, ਇਹ 0 ਹੋ ਜਾਂਦਾ। ਮਤਲਬ ਆਹ ਜਿਹੜੀ ਵੈਲੋਸਿਟੀ ਹੈ ਨਾ, ਮੈਂ ਚੇਂਜ ਕਲਰ ਨਾਲ ਦੱਸਦੀ ਹਾਂ ਤੁਹਾਨੂੰ, ਜਿਹੜੀ ਆ ਵੈਲੋਸਿਟੀ ਇੱਥੇ ਆਉਂਦੀ ਹੈ, ਵੈਲੋਸਿਟੀ ਵੀ ਇਸੇ ਡਾਇਰੈਕਸ਼ਨ 'ਚ ਚਲੀ ਗਈ। ਠੀਕ ਹੈ। ਮੈਗਨੈਟਿਕ ਫੀਲਡ ਵੀ ਇਸੇ ਡਾਇਰੈਕਸ਼ਨ 'ਚ ਚਲਾ ਗਿਆ ਤਾਂ ਸਾਡੇ ਕੋਲ ਇਹ ਐਂਗਲ ਥੀਟਾ ਕਿੰਨਾ ਹੋ ਜਾਏਗਾ? 0। ਉਸ ਕੇਸ ਵਿੱਚ ਵੀ ਫੋਰਸ ਜਿਹੜੀ ਹੈ ਉਹ ਐਕਸਪੀਰੀਅੰਸ ਹੀ ਨਹੀਂ ਕਰੇਗਾ ਕੁਝ ਵੀ ਚਾਰਜ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਥੀਟਾ 90 ਹੋ ਜਾਵੇ। ਥੀਟਾ 90 ਹੋ ਗਿਆ ਤਾਂ ਸਾਈਨ ਆਫ 91 ਹੈ, ਮੈਕਸਿਮਮ ਵੈਲਿਊ ਹੋ ਗਈ। ਤਾਂ ਇਹ ਸਾਡੀ ਕੀ ਹੈ? ਮੈਕਸਿਮਮ ਫੋਰਸ ਐਕਸਪੀਰੀਅੰਸ ਜੋ ਇੱਕ ਚਾਰਜ ਪਾਰਟੀਕਲ ਕਰੇਗਾ ਜੇ ਸਾਡੇ ਕੋਲੇ ਮੈਗਨੈਟਿਕ ਫੀਲਡ ਦੇ ਵਿੱਚ ਉਹ ਇੰਟਰੋਡਿਊਸ ਕੀਤਾ ਜਾਂਦਾ ਹੈ। ਠੀਕ। ਹੁਣ ਅਸੀਂ ਇਸੇ ਫਾਰਮੂਲਾ ਤੋਂ ਯੂਨਿਟਸ ਕੱਢ ਸਕਦੇ ਹਾਂ ਮੈਗਨੈਟਿਕ ਫੀਲਡ ਦੇ। ਮੈਗਨੈਟਿਕ ਫੀਲਡ ਦੇ ਯੂਨਿਟਸ ਕਿਵੇਂ ਨਿਕਲਣਗੇ? ਸਾਡੇ ਕੋਲੇ ਫੋਰਸ ਦੇ ਯੂਨਿਟ ਹੈਗੇ, ਸਾਡੇ ਕੋਲੇ ਚਾਰਜ ਦੇ ਯੂਨਿਟਸ ਹੈਗੇ, ਸਾਡੇ ਕੋਲੇ ਵੈਲੋਸਿਟੀ ਦੇ ਯੂਨਿਟਸ ਹੈਗੇ। ਠੀਕ ਹੈ। ਤਾਂ ਫਾਰਮੂਲਾ ਹੈ ਸਾਡੇ ਕੋਲੇ F ਇਜ਼ ਇਕੁਅਲ ਟੂ BQV ਸਾਈਨ ਥੀਟਾ। ਤਾਂ ਇੱਥੋਂ ਅਸੀਂ ਮੈਗਨੈਟਿਕ ਫੀਲਡ ਦਾ ਫਾਰਮੂਲਾ ਕੱਢ ਲਿਆ, B ਇਜ਼ ਇਕੁਅਲ ਟੂ F ਡਿਵਾਈਡਡ ਬਾਈ QV ਸਾਈਨ ਥੀਟਾ। ਤਾਂ ਸਾਡੇ ਕੋਲੇ ਮੈਗਨੈਟਿਕ ਫੀਲਡ ਦੇ ਜਿਹੜੇ ਯੂਨਿਟਸ ਹੁੰਦੇ ਆ ਉਹ ਹੁੰਦੇ ਆ ਟੈਸਲਾ। ਟੈਸਲਾ ਤੋਂ 1 ਨਿਊਟਨ ਡਿਵਾਈਡਡ ਬਾਈ 1 ਕੂਲਮ ਮੀਟਰ ਪਰ ਸੈਕਿੰਡ ਵੈਲੋਸਿਟੀ ਦੇ ਯੂਨਿਟਸ, ਤੇ ਸਾਈਨ ਥੀਟਾ ਤਾਂ ਡਾਇਮੈਂਸ਼ਨਲੈਸ ਹੁੰਦਾ। ਤਾਂ ਸਾਡੇ ਕੋਲੇ ਕੀ ਆ ਗਏ? ਆ ਯੂਨਿਟਸ ਆ ਗਏ, ਨਿਊਟਨ ਪਰ ਐਂਪੀਅਰ ਪਰ ਮੀਟਰ। ਠੀਕ ਹੈ ਜੀ। ਹੁਣ ਆਹ ਯੂਨਿਟਸ ਬੇਟਾ ਤੁਹਾਨੂੰ ਯਾਦ ਕਰਨੇ ਪੈਣਗੇ ਕਿਉਂਕਿ ਤੁਹਾਡੇ ਨੂਮੈਰੀਕਲ ਵਗੈਰਾ ਵਿੱਚ ਆ ਜਾਂਦੇ ਆ। ਠੀਕ ਹੈ। 1 ਟੈਸਲਾ ਕਿੰਨੇ ਦੇ, ਕਿਸ ਚੀਜ਼ ਦੇ ਬਰਾਬਰ ਹੈ? 1 ਵੈਬਰ ਪਰ ਮੀਟਰ ਸਕੁਆਇਰ ਦੇ, ਜਾਂ 1 ਗੌਸ ਕਿਹਦੇ ਬਰਾਬਰ ਹੈ? 10 ਟੂ ਦੀ ਪਾਵਰ -4 ਟੈਸਲਾ ਦੇ। ਠੀਕ। ਇਹ ਯੂਨਿਟਸ ਤੁਹਾਨੂੰ ਆਪ ਨੂੰ ਮੈਮੋਰਾਈਜ਼ ਕਰਨ ਦੀ ਗੱਲ ਹੋ ਜਾਂਦੀ ਹੈ। ਠੀਕ ਹੈ ਜੀ। ਅੱਗੇ ਸਾਡੇ ਕੋਲੇ ਬੇਟਾ ਇੰਪੋਰਟੈਂਟ ਹੈ ਆਹ ਇੱਕ ਅੱਧੇ ਜਿਹੜੇ ਨੰਬਰ ਦੇ ਜਿਹੜੇ ਛੋਟੇ ਛੋਟੇ ਕੁਐਸਚਨ ਆਉਂਦੇ ਆ ਨਾ, ਉਹਦੇ ਵਿੱਚ ਪੁੱਛ ਲੈਂਦੇ ਲੋਰੈਂਸ ਫੋਰਸ ਕੀ ਹੁੰਦੀ ਹੈ। ਲੋਰੈਂਸ ਫੋਰਸ ਕੀ ਹੁੰਦਾ ਹੈਗਾ? ਜਦੋਂ ਪਹਿਲਾਂ ਅਸੀਂ ਜਿਹੜਾ ਚਾਰਜ ਪਾਰਟੀਕਲ ਸੀਗਾ ਉਹ ਅਸੀਂ ਇੱਕ ਵਾਰੀ ਇਲੈਕਟ੍ਰਿਕ ਫੀਲਡ ਵਿੱਚ ਇੰਟਰੋਡਿਊਸ ਕਰਵਾ ਲਿਆ, ਇੱਕ ਵਾਰੀ ਮੈਗਨੈਟਿਕ 'ਚ ਕਰਵਾ ਲਿਆ। ਹੁਣ ਲੋਰੈਂਸ ਨੇ ਕੀ ਕੀਤਾ? ਦੋਨੋਂ ਚੀਜ਼ਾਂ ਇੰਟਰੋਡਿਊਸ ਕਰਵਾਤੀਆਂ, ਇਲੈਕਟ੍ਰਿਕ ਫੀਲਡ ਵੀ ਤੇ ਮੈਗਨੈਟਿਕ ਫੀਲਡ ਵੀ। ਤਾਂ ਉੱਥੇ ਫੋਰਸ ਕਿੰਨੀ ਐਕਸਪੀਰੀਅੰਸ ਹੋਈ? ਇਲੈਕਟ੍ਰਿਕ ਫੀਲਡ ਦੇ ਕਰਕੇ ਫੋਰਸ ਐਕਸਪੀਰੀਅੰਸ ਹੋਈ Q ਇੰਟੂ E। ਠੀਕ ਹੈ। ਮੈਗਨੈਟਿਕ ਫੀਲਡ ਕਰਕੇ ਫੋਰਸ ਇੰਟਰੋਡਿਊਸ ਹੋਈ QV क्रॉस B। ਤਾਂ ਜੇ ਦੋਨੋਂ ਚੀਜ਼ਾਂ ਅਪਲਾਈਡ ਹੋਣਗੀਆਂ ਤਾਂ ਫੋਰਸ ਕਿੰਨੀ ਹੋਏਗੀ? ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਤੇ ਮੈਗਨੈਟਿਕ ਫੀਲਡ ਦਾ ਕੰਪੋਨੈਂਟ। ਇਸ ਨੂੰ ਅਸੀਂ ਕੀ ਕਹਿੰਦੇ ਆ? ਟੋਟਲ ਲੋਰੈਂਸ ਫੋਰਸ।